वाहिगुरू जी का खालसा वाहिगुरू जी की फतेह। लख लख वधाई समूह संगत नूं अपना खालसे दा जन्म दिहाड़ा विसाखी नूं आ रहा है। आप सब नूं बेनती करन वास्ते ये वीडियो बना रहे हैं कि अति जरूरी है आपां तख्त दमदमा साहब इकट्ठे होइए, उत्थे आपां आपस च विचार करिए ते पंथ दी दिशा दे उत्ते आपां आपस दे विच सलाह करिए। जिहड़ी सिੱਖੀ है ਉਹ ਜਿੱਥੇ ਮਨੁੱਖ ਨੂੰ ਰੱਬ ਨਾਲ जोड़दी है, ਉੱਥੇ ਉਹਨਾਂ ਨੇ ਸਿੱਖੀ ਨੇ ਬਹੁਤ ਸਾਰੀਆਂ ਸਮਾਜਿਕ ਜਿਹੜੀਆਂ ਕੁੜੈਤਾਂ ਸੀ ਉਹਦੇ ਬਰਖਲਾਫ ਜੰਗ ਵੀ ਲੜੀ ਹੈ। ਜਿਹੜੀ ਸਭ ਤੋਂ ਮੁੱਖ ਤੇ ਪੁਰਾਤਨ ਜੰਗ ਲੜੀ ਹੈ ਉਹ ਲੜੀ ਹੈਗੀ ਹੈ ਮਨੂਵਾਦ ਦੇ ਬਰਖਲਾਫ, ਜਿਹੜਾ ਮਨੁੱਖਤਾ ਨੂੰ ਜਾਤ ਪਾਤ 'ਚ ਵੰਡ ਕੇ ਜਿਹੜੀ ਜਿਹਨੂੰ ਆਪਾਂ ਕਹਿੰਦੇ ਹੈਗੇ ਆ ਮਨੂ ਧਰਮ ਸਮ੍ਰਿਤੀ, ਜਿਹਨੂੰ ਆਪਾਂ ਕਹਿੰਦੇ ਆ ਮਾਨਸ ਧਰਮ ਸਮ੍ਰਿਤੀ, ਜਿਹਨੂੰ ਮਨੂ ਸਮ੍ਰਿਤੀ ਕਹਿੰਦੇ ਆ, ਇਹ ਜਿਹੜੀ ਕੁੜੈਤ ਸੀ ਇਸ ਨੇ ਹਰੇਕ ਵਰਗ ਨੂੰ ਵੱਖਰਾ ਵੱਖਰਾ ਕੀਤਾ ਹੋਇਆ ਸੀ ਔਰ ਇਹਦੀਆਂ ਹਦਾਇਤਾਂ ਇੰਨੀਆਂ ਸਖਤ ਸੀਗੀਆਂ ਕਿ ਜਿਹੜਾ ਜਿਹਨੂੰ ਇਹ ਕਹਿੰਦੇ ਆ ਸ਼ੂਦਰ, ਉਹਦੇ ਬਾਰੇ ਇੰਨੀ ਮਾੜੀ ਸੋਚ ਰੱਖੀ ਸੀ। ਜੋ ਜੇ ਆਪਾਂ ਮਨੂ ਸਮ੍ਰਿਤੀ ਦੇ ਸ਼ਲੋਕ ਪੜ੍ਹੀਏ ਉੱਥੇ ਲਿਖਿਆ ਹੈ ਕਿ ਏਕਮ ਵਾ ਤੂ ਸੁਦਰਸਾ ਪ੍ਰਭੂ ਕਰਮ ਸਮਾਦਸਤ ਏਤ ਸਮੇਵ ਵਰਨਮ ਸੁਸਰ ਮਾਨਸ ਸੁਆਏ। ਇਹਦਾ ਅਰਥਾਤ ਹੈਗਾ ਕਿ ਸ਼ੂਦਰ ਵਾਸਤੇ ਰੱਬ ਨੇ ਇੱਕੋ ਕੰਮ ਦਿੱਤਾ ਹੈ, ਉਹ ਹੈਗਾ ਬਿਨਾ ਕਿਸੇ ਸ਼ਿਖੇ ਗਿਲਵੇ ਤੋਂ ਜਿਹੜੇ ਉੱਚ ਜਾਤੀ ਆ ਉਹਦੀ ਸੇਵਾ ਕਰਨਾ। ਇਹ ਜਿਹੜੀ ਮਨੂ ਸਮ੍ਰਿਤੀ ਹੈ ਇਹਨਾਂ ਨੇ ਜਿਹੜਾ ਵਿਦਿਆ ਉਹਦੇ ਬਰਖਲਾਫ ਐਡਾ ਵੱਡਾ ਇਹਨਾਂ ਨੇ ਫੈਸਲਾ ਕੀਤਾ ਸੀਗਾ। ਮਨੂ ਸਮ੍ਰਿਤੀ ਕਹਿੰਦੀ ਹੈ ਕਿ ਜਿਹੜਾ ਵੀ ਕੋਈ ਸ਼ੂਦਰ ਨੂੰ ਪੜ੍ਹਾਈ ਕਰਦਾ ਹੈ ਉਹ ਜਿਹੜਾ ਪੜਾਉਂਦਾ ਹੈਗਾ ਉਹ ਕਿਸੇ ਸ਼ਰਧਾ 'ਚ ਨਹੀਂ ਆ ਸਕਦਾ ਹੈਗਾ। ਉਹ ਮਨੂ ਸਮ੍ਰਿਤੀ ਕਹਿੰਦੀ ਹੈ ਕਿ ਸ਼ੂਦਰ ਵਿਦਿਆ ਲੈ ਹੀ ਨਹੀਂ ਸਕਦਾ ਹੈਗਾ ਤੇ ਜਿਹੜਾ ਵੀ ਇਹਨੂੰ ਸ਼ੂਦਰ ਨੂੰ ਵਿਦਿਆ ਦਿੰਦਾ ਹੈ ਉਹ ਸਿੱਧਾ ਨਰਕ 'ਚ ਜਾਊਗਾ। ਜੇ ਕੋਈ ਸ਼ੂਦਰ ਤੋਂ ਸਲਾਹ ਲੈਂਦਾ ਹੈਗਾ ਉਹਨੂੰ ਬਿਲਕੁਲ ਸਿੱਖਿਆ ਜਾਊਗਾ। ਜਿਹੜਾ ਉਹਨੂੰ ਕਾਨੂੰਨ ਸਿਖਾਉਂਦਾ ਹੈਗਾ ਉਹ ਫੇਰ ਜਾਊਗਾ ਅਸੰਵਰਤਾ ਦੇ ਵਿੱਚ, ਨਰਕ ਦੇ ਵਿੱਚ। ਜਿਹੜੇ ਰਾਜ ਦੇ ਵਿੱਚ ਸ਼ੂਦਰ ਰਾਜ ਕਰਦਾ ਹੈਗਾ ਉੱਥੇ ਕਿਸੇ ਨੂੰ ਨਹੀਂ ਰਹਿਣਾ ਚਾਹੀਦਾ ਹੈਗਾ। ਸੋ ਇਹ ਜਿਹੜੀ ਜੇ ਕੋਈ ਸ਼ੂਦਰ ਨੂੰ ਵੇਦ ਪੜ੍ਹ ਕੇ ਸੁਣਾ ਦੇ ਉਹ ਵੀ ਬਹੁਤ ਬੱਜਰ ਕਰੈਤ ਮਨੂ ਦੀ ਸੋਚ ਦੇ ਵਿੱਚ ਸੀਗਾ ਤੇ ਇਹ ਬਿਲਕੁਲ ਵੀ ਵੇਦ ਉਹਦੇ ਨੇੜੇ ਨਹੀਂ ਲੱਗਣ ਦੇਣੇ ਹੈਗੇ ਆ। ਹੁਣ ਇਹ ਜਿਹੜੀ ਮਨੂ ਸਮ੍ਰਿਤੀ ਹੈ ਇਹਦੇ ਬਰਖਲਾਫ ਭਗਤਾਂ ਨੇ, ਗੁਰੂ ਸਾਹਿਬਾਨਾਂ ਨੇ ਸਭ ਤੋਂ ਵੱਡੀ ਜੰਗ ਲੜੀ। ਜਦ ਆਪਾਂ ਦੇਖਦੇ ਆਂ, ਜਦ ਆਪਾਂ ਗੱਲ ਕਰਦੇ ਆਂ ਸ਼ੇਖ ਬਾਬਾ ਫਰੀਦ ਜੀ ਦੀ, ਜਿਨ੍ਹਾਂ ਨੇ ਰੱਬ ਦਾ ਨੇੜਤਾ ਮਨੁੱਖਤਾ ਨੂੰ ਦੱਸੀ, ਉਹਨਾਂ ਨੇ ਸਧਾਰਨ ਪੰਜਾਬੀ ਭਾਸ਼ਾ 'ਚ ਦਿੱਤੀ ਸੀ। ਉਹ ਸਾਰਾ ਗਿਆਨ ਪੰਜਾਬੀ ਦੇ ਵਿੱਚ ਬਾਬਾ ਸ਼ੇਖ ਫਰੀਦ ਨੇ ਸਾਨੂੰ ਸੁਣਾਇਆ ਸੀ। 12ਵੀਂ ਸਦੀ 'ਚ ਉਹ ਸਭ ਤੋਂ ਪੁਰਾਤਨ ਬਾਣੀ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ 'ਚ ਹੈ। ਉਸ ਤੋਂ ਉਪਰੰਤ 15ਵੀਂ 16ਵੀਂ ਸਦੀ ਦੇ ਵਿੱਚ ਸਾਡੇ ਸਤਿਕਾਰਯੋਗ ਭਗਤ ਰਵਿਦਾਸ ਮਹਾਰਾਜ ਨੇ ਇੰਨਾ ਜ਼ਿਆਦਾ ਗਿਆਨ ਦੇ ਕੇ ਇੰਨਾ ਪ੍ਰਚਾਰ ਕੀਤਾ ਰੱਬ ਪ੍ਰਤੀ। ਉਹਨਾਂ ਨੇ ਜਾਤ ਪਾਤ ਤੋੜ ਕੇ ਭੰਗ ਕੇ ਉਹਨਾਂ ਨੇ ਮਨੁੱਖਤਾ ਨੂੰ ਇੱਕ ਪੱਧਰ ਤੇ ਲਿਆਉਣ ਦਾ ਐਡਾ ਜ਼ਿਆਦਾ ਯਤਨ ਕੀਤਾ ਕਿ ਪੰਡਿਤ ਵੀ ਉਹਨਾਂ ਦੇ ਚਰਨਾਂ ਦੇ ਵਿੱਚ ਆ ਕੇ ਮੱਥਾ ਟੇਕਣ ਲੱਗ ਪਏ ਸੀਗੇ। ਕਿਉਂਕਿ ਉਹਨਾਂ ਨੇ ਸੰਗਤ ਨੂੰ ਮੋਹ ਕੇ ਰੱਬ ਨਾਲ ਜੋੜਤਾ ਸੀਗਾ। ਉਸੇ ਸਮੇਂ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਜਨੇਊ ਪਹਿਨ ਤੋਂ ਮਨਾ ਕੀਤਾ। ਉਹਨਾਂ ਨੇ ਬਿਲਕੁਲ ਕਾਲੀ ਬੈਂ ਤੋਂ ਨਿਕਲ ਕੇ ਪਹਿਲੇ ਸ਼ਬਦ ਕੀ ਕਹੇ ਸੀਗੇ, ਨਾ ਕੋਈ ਹਿੰਦੂ ਨਾ ਕੋਈ ਮੁਸਲਮਾਨ, ਜਾਤ ਪਾਤ ਧਰਮ ਦੀ ਵੰਡ ਖਤਮ ਕਰਕੇ ਇੱਕ ਓਂਕਾਰ, ਇੱਕ ਰੱਬ ਦੇ ਨਾਲ ਮਨੁੱਖਤਾ ਨੂੰ ਜੋੜਤਾ ਸੀਗਾ। ਇਹੀ ਸੋਚ ਨੂੰ ਅੱਗੇ ਗੁਰੂ ਅੰਗਦ ਸਾਹਿਬ ਮਹਾਰਾਜ ਨੇ, ਜਿੱਥੇ ਆਪਾਂ ਗੁਰੂ ਅੰਗਦ ਸਾਹਿਬ ਦੇ ਖਡੂਰ ਸਾਹਿਬ 'ਚ ਅਖਾੜੇ ਦੇਖਦੇ ਆਂ, ਮਾਤਾ ਖੀਵੀ ਦਾ ਲੰਗਰ ਜਿਹੜਾ ਇੱਕ ਬਾਟੇ ਤੋਂ ਸਾਨੂੰ ਪ੍ਰਸ਼ਾਦਾ ਛਕੀਦਾ ਹੈ, ਉੱਥੇ ਉਹਨਾਂ ਨੇ ਸਾਨੂੰ ਪੰਜਾਬੀ ਵਾਸਤੇ ਗੁਰਮੁਖੀ ਦੀ ਲਿਪੀ ਦੇਤੀ ਸੀਗੀ। ਹੁਣ ਇਹ ਲਿਪੀ ਦੇਣ ਦਾ ਕੀ ਮਕਸਦ ਸੀਗਾ ਕਿ ਆਪਾਂ ਨੇ ਸੰਸਕ੍ਰਿਤ ਦੇ ਨੇੜੇ ਤੇੜੇ ਨਹੀਂ ਜਾਣਾ ਹੈਗਾ। ਅਸੀਂ ਇਹੋ ਜੀ ਭਾਸ਼ਾ ਤੇ ਲਿਪੀ ਵਰਤਣੀ ਹੈ ਜਿਹੜੀ
ਉਹ ਮਨੂ ਦੇ ਸੋਚ ਤੋਂ ਬਿਲਕੁਲ ਪੁੱਠੀ ਹੋਵੇ, ਉਹਦੇ ਨਾਲ ਕੋਈ ਮੇਲ ਹੀ ਨਹੀਂ ਰੱਖਿਆ ਹੈਗਾ। ਪਰ ਅੱਜ ਤੁਸੀਂ ਦੇਖੋ, ਇਹ ਜਿਹੜਾ ਭਾਰਤ ਦਾ ਸੰਵਿਧਾਨ ਹੈ ਉਹਦੇ ਵਿੱਚ ਜਿਹੜੀ ਧਾਰਾ 351 ਹੈ ਉਹ ਕਹਿੰਦੀ ਹੈ ਕਿ ਡਾਇਰੈਕਟਿਵ ਫॉर ਡਿਵੈਲਪਮੈਂਟ ਆਫ ਹਿੰਦੀ ਲੈਂਗੁਏਜ, ਉਹਦੇ ਵਿੱਚ ਕਹਿੰਦੇ ਹੈ ਜਦ ਵੀ ਹਿੰਦੀ ਦੇ ਵਿੱਚ ਕੋਈ ਸ਼ਬਦਾਵਲੀ ਜੋੜਨੀ ਹੈ ਉਹ whenever necessary or desirable for its vocabulary primarily on Sanskrit and secondary on other languages, ਮਤਲਬ ਹਿੰਦੀ ਦੇ ਵਿੱਚ ਸਭ ਤੋਂ ਪ੍ਰਮੁੱਖ ਸੰਸਕ੍ਰਿਤ ਬਾਣੀ ਹੈਗੀ ਹੈ। ਇਹ ਸਿੱਧੀ ਮੰਨੂ ਦੀ ਚਾਲ ਹੈ ਜਿਹਦੇ ਨਾਲ ਉਹਨਾਂ ਨੇ ਹਰੇਕ ਦੇ ਉੱਤੇ ਸੰਸਕ੍ਰਿਤ ਲਾਗੂ ਕਰਨੀ ਹੈ। ਉਹ ਸੰਸਕ੍ਰਿਤ ਜਿਹੜੀ ਪਿਛਲੇ 2000 ਸਾਲਾਂ ਤੋਂ ਸਾਡੇ ਉੱਤੇ ਇਹੋ ਜਿਹੇ ਮਾੜੇ ਕਾਨੂੰਨ ਲਾਗੂ ਕਰ ਰਹੀ ਹੈ ਮਨੁੱਖਤਾ ਦੇ ਉੱਤੇ, ਜਿਹੜੇ ਸਾਡੀ ਸਿੱਖੀ ਨੇ ਬਿਲਕੁਲ ਭੰਗ ਕਰਕੇ ਪਰਾਂ ਮਾਰਤੇ ਸੀ। ਮਨੂ ਕੀ ਕਹਿੰਦਾ ਹੈਗਾ? ਮਨੂ ਕਹਿੰਦਾ ਹੈ ਕਿ ਜਿੱਥੇ ਵਿਦਿਆ ਨਹੀਂ ਦੇਣੀ ਸ਼ੂਦਰ ਨੂੰ, ਉੱਥੇ ਉਹਨੂੰ ਕਿਹੋ ਜੀਆਂ ਤਨਖਾਹਾਂ ਲਾਣੀਆਂ ਹੈਗੀਆਂ। ਉਹ ਕਹਿੰਦਾ ਹੈ ਕਿ ਜਿਹੜੇ ਰਾਜ ਦੇ ਵਿੱਚ ਸ਼ੂਦਰ ਹੈਗਾ ਉਹ ਬਿਲਕੁਲ ਗਊ ਵਾਂਗੂ ਦਲਦਲ ਦੇ ਵਿੱਚ ਖਤਮ ਹੋ ਜਾਊਗਾ। ਫਿਰ ਉਹ ਕਹਿੰਦਾ ਹੈ ਕਿ ਬਾਹਮਣ ਸ਼ੂਦਰ ਨੂੰ ਬਿਨਾਂ ਕਿਸੇ ਪੈਸੇ ਤੋਂ ਆਪਣੇ ਸੇਵਾ ਤੇ ਲਾ ਸਕਦਾ ਹੈਗਾ, ਕਿਉਂਕਿ ਬ੍ਰਹਮ ਨੇ ਸ਼ੂਦਰ ਨੂੰ ਬਣਾਇਆ ਹੀ ਇਸ ਵਾਸਤੇ ਹੈਗਾ। ਇਹ ਸਲੇਵਰੀ ਜਿਹੜੀ ਹੈਗੀ ਹੈ ਇਹ ਇਸ ਮਨੂ ਸਮ੍ਰਿਤੀ ਦੇ ਵਿੱਚ ਬਿਲਕੁਲ ਬਣਾਈ ਹੋਈ ਹੈਗੀ ਹੈ। ਫਿਰ ਕਹਿੰਦਾ ਹੈਗਾ ਕਿ ਜਿਹੜਾ ਵੀ ਸ਼ੂਦਰ ਕਿਸੇ ਬਾਹਮਣ ਉੱਚ ਜਾਤੀ ਨੂੰ ਕੋਈ ਮਾੜਾ ਬੋਲ ਆਖਦਾ ਹੈਗਾ ਉਹਦੀ ਜੀਭ ਕੱਟੀ ਜਾਣੀ ਚਾਹੀਦੀ ਹੈ, ਕਿਉਂਕਿ ਉਹ ਸ਼ੂਦਰ ਹੈ। ਫਿਰ ਉਹ ਕਹਿੰਦਾ ਹੈਗਾ ਕਿ ਜੇ ਕਿਸੇ ਉੱਚ ਜਾਤੀ ਦਾ ਨਾਂ ਉਹ ਕਿਸੇ ਹੰਕਾਰ ਨਾਲ ਕਹਿ ਦੇ, ਕਿਸੇ ਮਾੜੀ ਗੱਲ ਨਾਲ ਸੰਬੰਧ ਕਰਦਾ ਹੈਗਾ, ਫਿਰ ਉਹਦੇ ਮੂੰਹ ਦੇ ਵਿੱਚ 10 ਇੰਚ ਵੱਡਾ ਐਡਾ ਮੇਖ ਗਰਮ ਕਰਕੇ ਉਹਦੇ ਮੂੰਹ 'ਚ ਐ ਠੋਕ ਦੇਣਾ ਹੈਗਾ। ਫਿਰ ਕਹਿੰਦਾ ਹੈਗਾ ਜੇ ਕੋਈ ਸ਼ੂਦਰ ਬਾਹਮਣ ਨੂੰ ਕੋਈ ਆਪਦੀ ਗਿਆਨ ਦੇਣ ਦਾ ਯਤਨ ਕਰੇ ਜਾਂ ਉਹਨੂੰ ਸਮਝਾਏ ਕਿ ਕੰਮ ਕਿਵੇਂ ਕਰਨਾ ਹੈ, ਫਿਰ ਉਸ ਰਾਜ ਦੇ ਜਿਹੜਾ ਰਾਜਾ ਹੈ ਉਹਨੇ ਸ਼ੂਦਰ ਨੂੰ ਫੜ ਕੇ ਤੱਤਾ ਉਬਲਦਾ ਤੇਲ ਉਹਦੇ ਮੂੰਹ 'ਚ ਤੇ ਕੰਨਾਂ 'ਚ ਪਾਉਣਾ ਚਾਹੀਦਾ ਹੈਗਾ। ਇਹੋ ਜਿਹੇ ਭਿਆਨਕ ਉਹਨੇ ਉਹਦੇ ਉੱਤੇ ਪਾਬੰਦੀਆਂ ਲਾਈਆਂ ਹੋਈਆਂ, ਜਿਹੜੀ ਕਿ ਸਿੱਖੀ ਨੇ ਇਸ ਦੇ ਵਿੱਚ ਇਹ ਵੀ ਆਉਂਦਾ ਹੈ ਕਿ ਸ਼ੂਦਰ ਦਾ ਆਪ ਦਾ ਕੋਈ ਧਨ ਨਹੀਂ ਹੋ ਸਕਦਾ ਹੈਗਾ। ਜੇ ਕਿਸੇ ਬਾਹਮਣ ਨੂੰ ਕਿਸੇ ਸ਼ੂਦਰ ਦੇ ਧਨ ਦੇ ਉੱਤੇ ਅੱਖ ਪੈ ਗਈ ਤਾਂ ਉਹ ਲੈ ਸਕਦਾ ਹੈਗਾ। ਹੁਣ ਇਹ ਸਾਰਾ ਜਿਹੜਾ ਕੰਮ ਸੀਗਾ ਇਹ ਮਨੂ ਸਮ੍ਰਿਤੀ ਨੇ ਪਿਛਲੇ 2-3 ਹਜ਼ਾਰ ਸਾਲਾਂ ਤੋਂ ਮਨੁੱਖਤਾ ਨੂੰ ਬੰਨ ਕੇ ਕੁਚਲ ਕੇ ਆਪਦੇ ਕਾਨੂੰਨ 'ਚ ਇਹਨਾਂ ਨੇ ਫਸਾਤਾ ਸੀਗਾ। ਇਹ ਜਿਹੜੀ ਸੋਚ ਹੈ ਇਹਦੇ ਬਰਖਲਾਫ ਸਿੱਖੀ ਨੇ ਉੱਠ ਕੇ ਮਨੁੱਖਤਾ ਮਾਨਸ ਕੀ ਜਾਤ ਸਭੀ ਹੈ ਇੱਕ ਓਂਕਾਰ ਦੇ ਅਧੀਨ ਮਨੁੱਖਤਾ ਨੂੰ ਤੋਰਿਆ ਸੀਗਾ। ਜਿਹੜਾ ਦੂਜਾ ਸਿੱਖੀ ਨੇ ਇੱਕ ਪਾਸਾ ਲਿੱਤਾ ਸੀ ਜਿੱਥੇ ਨਾਮ ਸਿਮਰਨ ਨਾਲ ਰੱਬ ਨੂੰ ਜੋੜਨਾ ਸੀ, ਜਿਹੜੀ ਜਾਤ ਪਾਤ ਨੂੰ ਭੰਗ ਕਰਨਾ ਸੀ। ਪੰਚਮ ਪਿਤਾ ਤੋਂ ਬਾਅਦ ਜਦ ਉਹਨਾਂ ਨੂੰ ਤੱਤੇ ਤਬੀਆਂ ਤੇ ਬੈਠ ਕੇ ਤਸੀਹਾਂ ਨਾਲ ਮਾਰਿਆ ਸੀਗਾ, 6ਵੇਂ ਪਾਤਸ਼ਾਹ ਨੇ ਜਿਹੜਾ ਰਾਜ ਸੀਗਾ ਮੁਗਲਾਂ ਦੀ ਹਕੂਮਤ ਸੀ ਜਿਹੜੀ ਜ਼ਬਰ ਕਰਦੀ ਸੀ ਦੁਨਿਆਵੀ ਰੂਪ 'ਚ, ਉਹਦੇ ਬਰਖਲਾਫ ਵੀ ਉਹਨਾਂ ਨੇ ਸਿੱਖੀ ਨੂੰ ਤੋਰਤਾ ਸੀਗਾ, ਜਿਹਦੇ ਵਿੱਚ ਉਹਨਾਂ ਨੇ ਜੰਗਾਂ ਲੜ ਕੇ ਉਹ ਹਕੂਮਤ ਜਿਹੜੀ ਬੰਦੇ ਨੂੰ ਬੰਦਾ ਨਹੀਂ ਸੀ ਸਮਝਦੀ, ਜਿਹੜੀ ਤੁਹਾਨੂੰ ਘੋੜਿਆਂ ਤੇ ਨਹੀਂ ਸੀ ਬੈਠਣ ਦਿੰਦੀ, ਤੁਹਾਨੂੰ ਸ਼ਸਤਰ ਨਹੀਂ ਸੀ ਚੱਕਣ ਦਿੰਦੀ, ਆਪਣੇ ਮੁਗਲ ਜਿਹੜੇ ਉਹਨਾਂ ਦੇ ਨਾਲ ਦੇ ਹਮ ਖਿਆਲੀ ਸੀ ਉਹਨਾਂ ਨੂੰ ਸਾਰਾ ਇਹ ਰਾਜ ਬਖਸ਼ਦੀ ਸੀ, ਉਹਦੇ ਬਰਖਲਾਫ ਵੀ ਸਿੱਖੀ ਨੇ ਸਟਰਗਲ ਕੀਤੀ ਸ਼ੁਰੂ, ਜਿਹੜੀ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਹੌਲੀ ਹੌਲੀ 6ਵੇਂ ਪਾਤਸ਼ਾਹ ਨੇ ਆ ਕੇ ਆਨੰਦਪੁਰ ਸਾਹਿਬ, ਕੇਸਗੜ੍ਹ ਸਾਹਿਬ, ਇੱਧਰ ਜਿੱਥੇ ਆਪਾਂ ਸੰਸਕਾਰ ਕਰਨ ਜਾਂਦੇ ਆ ਉੱਥੇ ਤਖਤ 6ਵੇਂ ਪਾਤਸ਼ਾਹ ਨੇ ਸ਼ੁਰੂ ਕਰਤਾ ਸੀ ਕਿ ਦੁਨਿਆਵੀ ਰੂਪ 'ਚ ਵੀ ਸਿੱਖੀ ਆਜ਼ਾਦ ਕਰੂਗੀ ਬੰਦੇ ਨੂੰ। ਉਸ ਮਿਸ਼ਨ ਤੇ ਉਹਨਾਂ ਦੇ ਅੱਗੇ ਜਿਹੜੇ ਗੁਰੂ ਹਰਰਾਏ ਸਾਹਿਬ, ਹਰਕ੍ਰਿਸ਼ਨ ਸਾਹਿਬ, ਉਹਨਾਂ ਨੇ ਉੱਥੇ ਬੈਠ ਕੇ ਸੰਭਾਲ ਕੀਤੀ ਤੇ ਫਿਰ ਉਹਨਾਂ ਦੇ ਸਪੂਤ ਗੁਰੂ ਤੇਗ ਬਹਾਦਰ ਸਾਹਿਬ ਨੇ ਮਨੁੱਖਤਾ ਦੇ ਪੱਖ 'ਚ ਜਾ ਕੇ ਮੁਗਲ ਹਕੂਮਤ ਦਿੱਲੀ ਦੇ ਸਾਹਮਣੇ ਹਿੰਦੂਆਂ ਦੇ ਧਰਮ ਦੇ ਪੱਖ 'ਚ ਆਵਾਜ਼ ਉਠਾਈ, ਜਿਸ ਨਾਲ ਉਹਨਾਂ ਦਾ ਸੀਸ ਕੱਟਿਆ ਗਿਆ। ਉਹ ਸੀਸ ਕਿਹਨੇ ਸਵੀਕਾਰ ਕੀਤਾ?
ਸਾਡੇ ਹਰਮਨ ਪਿਆਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਸ ਸੋਚ ਨੂੰ ਸਾਰਾ ਬੰਨ ਕੇ ਖਾਲਸੇ ਦੇ ਰੂਪ ਦੇ ਵਿੱਚ ਸਾਨੂੰ ਹੁਕਮ ਕੀਤਾ ਕਿ ਆਪਾਂ ਨੇ ਰਹਿਣਾ ਹੈ। ਇਹ ਆਪਾਂ ਸਾਰੇ ਜਾਣਦੇ ਹਾਂ, ਗੁਰੂ ਸਾਹਿਬ ਨੇ ਜਿਹੜਾ ਸਾਨੂੰ ਹੁਕਮ ਕੀਤਾ ਸੀ, ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਕਰੂੰ ਨਿਵਾਸ, ਵਿਪਰਨ ਕੀ ਰੀਤ ਦੇ ਬਾਰੇ ਉਹਨਾਂ ਨੇ ਖਾਲਸਾ ਦਾ ਬਹੁਤ ਤਗੜਾ ਇੱਕ ਸਾਨੂੰ ਬਿਆਨ ਦਿੱਤਾ ਸੀਗਾ। ਖਾਲਸਾ ਬਣਿਆ ਹੀ ਹੱਕ ਹਕੂਕ ਵਾਸਤੇ ਹੈਗਾ। ਖਾਲਸੇ ਨੇ ਆਜ਼ਾਦੀ ਵਾਸਤੇ ਕੰਮ ਕਰਨਾ ਹੈ, ਜ਼ੁਲਮ ਦੇ ਬਰਖਲਾਫ ਕੰਮ ਕਰਨਾ ਹੈਗਾ। ਪਰ ਅੱਜ ਦੇਖੋ, ਜਿੱਥੇ ਮਨੂ ਦੀ ਸੋਚ ਇਸ ਦੇਸ਼ 'ਚ ਆ ਗਈ ਹੈ, ਅੱਜ ਜੇ ਅਸੀਂ ਖਾਲਸਾ ਰਾਜ ਦੀ ਗੱਲ ਕਰਦੇ ਹਾਂ, ਉਹਦੇ ਉੱਤੇ ਪਾਬੰਦੀਆਂ ਲਾਈਆਂ ਜਾਂਦੀਆਂ ਹੈਗੀਆਂ, ਉਹਦੇ ਉੱਤੇ ਮਾੜਾ ਕਿਹਾ ਜਾਂਦਾ। ਖਾਲਸੇ ਨੇ ਮਾੜਾ ਕੀ ਕੀਤਾ? ਜਿਹੜੇ ਖਾਲਸੇ ਨੇ ਉੱਠ ਕੇ ਇੱਕ ਮੁਗਲ ਹਕੂਮਤ ਦੇ ਬਰਖਲਾਫ ਜੰਗਾਂ ਲੜੀਆਂ, ਉਸ 'ਚ ਤੁਸੀਂ ਦੇਖੋ ਜਿਹੜੇ ਹਿੰਦੂ ਰਾਜੇ ਸੀਗੇ ਉਹ ਜਾ ਕੇ ਆਪਣੇ ਲੰਗਰ ਦੇ ਵਿੱਚ ਬੈਠਣ ਤੋਂ ਇਨਕਾਰ ਕਰਦੇ ਕਿ ਅਸੀਂ ਨੀਚ ਜਾਤ ਦੇ ਨਾਲ ਕੋਈ ਸੰਬੰਧ ਨਹੀਂ ਰੱਖਣਾ। ਹਿੰਦੂਆਂ ਨੇ ਉਸ ਸਮੇਂ ਮੁਗਲਾਂ ਦੇ ਨਾਲ ਆਪਣਾ ਹੱਥ ਮਿਲਾ ਕੇ ਸਾਡੇ ਗੁਰੂ ਸਾਹਿਬਾਨਾਂ ਦੇ ਉੱਤੇ ਹਮਲੇ ਕੀਤੇ। ਅਨੰਦਪੁਰ ਸਾਹਿਬ ਤੋਂ ਹਮਲੇ ਕਰਕੇ ਚਮਕੌਰ ਸਾਹਿਬ 'ਚ 2 ਸਪੂਤ ਜੰਗ ਲੜਦੇ ਆਪਦੇ ਪਿਤਾ ਨੇ ਆਪਦੇ ਗੁਰੂ ਨੂੰ ਉੱਥੋਂ ਕੱਢਣ ਵਾਸਤੇ ਉਹਨਾਂ ਦੀ ਸ਼ਹਾਦਤ ਹੋ ਗਈ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਜਿੱਥੇ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਮਾਤਾ ਜੀ ਤੇ 2 ਛੋਟੇ ਸਾਹਿਬਜ਼ਾਦੇ ਉਹਨਾਂ ਨੇ ਗਵਾਤੇ, ਤੇ ਜੇ ਗੁਰੂ ਸਾਹਿਬ ਨੇ ਫੇਰ ਜਾ ਕੇ ਜਿੱਥੇ ਆਪਾਂ ਵਿਸਾਖੀ ਮਨਾਉਣ ਜਾ ਰਹੇ ਹਾਂ, ਉੱਥੇ ਜਾ ਕੇ ਦਮਦਮਾ ਸਾਹਿਬ ਤੇ ਖੜ ਕੇ ਲੋਕਾਂ ਨੇ ਪੁੱਛਿਆ ਕਿ ਤੁਸੀਂ ਮਹਿਸੂਸ ਕੀ ਕਰਦੇ ਹੈਗੇ ਹੋ? ਤੁਹਾਡੇ ਸਾਹਿਬਜ਼ਾਦੇ ਸਾਰੇ ਤੁਸੀਂ ਗਵਾਤੇ। ਤੇ ਉੱਥੇ ਜਾ ਕੇ ਤੁਸੀਂ ਦੇਖੋ ਕਿੱਡੀ ਵੱਡੀ ਗੱਲ ਗੁਰੂ ਸਾਹਿਬ ਨੇ ਕਹੀ। ਕਹਿੰਦੇ ਕਿ ਇਨ ਪੁੱਤਰਨ ਕੇ ਸੀਸ पे वार दिए सूत ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹ ਸਿੰਘੋ, ਉਹ ਗੁਰੂ ਦੇ ਲਾਲੋ, ਸਾਰੇ ਤੁਸੀਂ ਉੱਥੇ ਪਹੁੰਚੋ ਹੀ ਪਹੁੰਚੋ। ਜਿਹੜੇ ਗੁਰੂ ਨੇ ਸਭ ਕੁਝ ਗਵਾ ਕੇ ਤਾਂ ਵੀ ਚੜ੍ਹਦੀ ਕਲਾ 'ਚ ਤੁਹਾਡੇ ਸਿਰਾਂ ਦੇ ਆਸਰੇ ਆਪਣਾ ਮਨ ਠਹਿਰਾਇਆ ਸੀਗਾ। ਜਦ ਸਭ ਸਰਬੰਸ ਦਾਨ ਕਰਤਾ, ਆਪਾਂ ਨੂੰ ਬਿਲਕੁਲ ਪਹੁੰਚਣਾ ਚਾਹੀਦਾ ਹੈ ਵਿਸਾਖੀ ਦੇ ਉੱਤੇ, ਜਿੱਥੇ ਖਾਲਸਾ ਉਹਨਾਂ ਨੇ ਸਥਾਪਿਤ ਕੀਤਾ ਸੀ। ਉਹਨਾਂ ਨੂੰ ਐ ਤਾਂ ਮਹਿਸੂਸ ਹੋਵੇ ਕਿ ਗੁਰੂ ਕੇ ਲਾਲ ਅੱਜ ਵੀ ਜਿਉਂਦੇ ਆ। ਉੱਥੇ ਆਪਾਂ ਇਕੱਠੇ ਹੋਈਏ, ਆਪਣਾ ਫੈਸਲਾ ਕਰੀਏ, ਅੱਗੇ ਤੁਰਨ ਦੀ ਗੱਲ ਕਰੀਏ। ਸਾਧ ਸੰਗਤ ਜੀ, ਅੱਜ ਸਾਡੇ ਉੱਤੇ ਬਹੁਤ ਜਾਰੀ ਵਿਪਤਾ ਆ ਰਹੀ ਹੈ, ਸਾਡੇ ਉੱਤੇ ਹਮਲੇ ਹੋ ਰਹੇ ਆ, ਸਾਨੂੰ ਫੜਿਆ ਜਾ ਰਿਹਾ ਹੈਗਾ, ਸਾਡੇ ਉੱਤੇ ਸਰਕਾਰਾਂ ਹਾਵੀ ਹੋ ਰਹੀਆਂ। ਇਹ ਕੌਣ ਹਾਵੀ ਹੋ ਰਿਹਾ? ਇਹ ਉਹੀ ਮਨੂ ਹਾਵੀ ਹੋ ਰਿਹਾ ਜਿਨੇ ਆਪਣੇ ਧਾਰਾ 25 ਦੇ ਵਿੱਚ ਜਿਹੜੇ ਸਿੱਖ ਹੈ ਉਹਨੂੰ ਕਿਹਾ ਹੈਗਾ ਐਕਸਪਲੇਨੇਸ਼ਨ 2 'ਚ ਕਿ ਪਰਸਨਸ ਪ੍ਰੋਫੈਸਿੰਗ ਦ ਸਿੱਖ ਜੈਨ ਔਰ ਬੁੱਧਿਸਟ ਰਿਲੀਜਨ ਵਿਲ ਬੀ ਥੌਟ ਆਫ ਐਜ਼ ਹਿੰਦੂ। ਸਾਨੂੰ ਉਹਨਾਂ ਨੇ ਹਿੰਦੂ ਬਣਾਤਾ। ਪਰ ਸਾਡੇ ਗੁਰੂ ਸਾਹਿਬਾਨ ਕੀ ਕਹਿੰਦੇ ਆ? ਜਿੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਨਾ ਹਮ ਹਿੰਦੂ ਨਾ ਮੁਸਲਮਾਨ, ਉੱਥੇ ਅੰਗ 1136 ਤੇ ਉੱਤੇ ਸਾਡੇ ਗੁਰੂ ਸਾਹਿਬ ਗੁਰੂ ਅਰਜਨ ਸਾਹਿਬ ਮਹਾਰਾਜ ਸਾਨੂੰ ਕੀ ਕਹਿੰਦੇ? ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪ੍ਰਾਨ, ਹਜ ਕਾਬੇ ਜਿਉ ਨਾ ਤੀਰਥ ਪੂਜੇ, ਏਕੋ ਸੇਵੀ ਅਵਰ ਨਾ ਦੂਜੇ, पूजा करू ना निवाज गुजारो, एक निरंकार ले रिद नमस्कारों, वर्त ना रहो ना मद रमदाना, तिस सेवी जो रखे निदाना, एक गुसाई अल्लाह मेरा, हिंदू तुर्प दोहों नबेरा। ना असी हिंदू ना मुसलमान, ना असी वर्त रखिए, ना असी किसी होर च विश्वास करिए, ਅਸੀਂ ਸਿਰਫ ਤੇ ਸਿਰਫ ਨਿਰੰਕਾਰ ਮਹਾਰਾਜ ਨੂੰ ਨਮਸਕਾਰ ਕਰਦੇ ਆਂ। ਫਿਰ ਜਿੱਥੇ ਬਾਣੀ ਸਾਨੂੰ ਕਹਿੰਦੀ ਹੈ ਨਾ ਹਮ ਹਿੰਦੂ ਨਾ ਹਮ ਮੁਸਲਮਾਨ, ਫਿਰ ਇਹ ਭਾਰਤ ਦਾ ਸੰਵਿਧਾਨ ਸਾਨੂੰ ਹਿੰਦੂ ਕਿਵੇਂ ਬਣਾਉਂਦਾ ਹੈਗਾ? ਸਾਡਾ ਆਨੰਦ ਕਾਰਜ ਮੈਰਿਜ ਐਕਟ ਨਹੀਂ ਲਾਗੂ ਕਰਦਾ ਹੈਗਾ। ਸਾਨੂੰ ਬੰਨ ਕੇ ਇਹ ਬਿਲਕੁਲ ਮਨੂ ਦੀ ਸੋਚ ਅਧੀਨ ਇਹੋ ਜਿਹੇ ਕਾਨੂੰਨ ਪਾ ਦਿੰਦਾ ਹੈਗਾ। BR ਅੰਬੇਦਕਰ ਨੇ ਮਨੁੱਖਤਾ ਪ੍ਰਤੀ ਹਿਊਮਨ ਰਾਈਟਸ ਤੇ ਫਰੀडम्स ਦੇ ਅਧੀਨ ਜਿਹੜੀ ਤੀਜਾ ਹਿੱਸਾ ਸੰਵਿਧਾਨ ਦਾ ਹੈ, ਜਿਹਦੇ ਵਿੱਚ ਫੰਡਾਮੈਂਟਲ ਰਾਈਟਸ ਤੇ ਫਰੀडम ਦਿੱਤੇ ਆ, ਉਹਦੇ ਵਿੱਚ ਰਾਈਟ ਟੂ ਲਾਈਫ ਐਂਡ ਲਿਬਰਟੀ ਸਾਨੂੰ ਨਜਾਇਜ਼ ਕੋਈ ਫੜ ਨਹੀਂ ਸਕਦਾ। ਆ ਧਾਰਾ 25 12 ਤੋਂ ਲੈ ਕੇ 32 ਆਰਟੀਕਲ ਦੇ ਵਿੱਚ ਸਾਨੂੰ ਇਹ ਹੱਕ ਦਿੱਤੇ ਸੀਗੇ। ਪਰ ਇਹ ਮਨੂ ਦੀ ਸੋਚ ਕੀ ਹੈ? ਇਹ ਇਹਨਾਂ ਨੂੰ ਭੰਗ ਕਰਕੇ ਹੱਕਾਂ ਨੂੰ, ਜਿਹੜੇ ਕਾਨੂੰਨ ਇਹ ਹੱਕ ਤੋੜਦੇ ਆ,
ਜਿਵੇਂ ਡਿਸਟਰਬਡ ਏਰੀਆ ਐਕਟ ਹੋ ਗਿਆ, ਯੂਆਪਾ, ਟਾਡਾ, ਨੈਸ਼ਨਲ ਸਿਕਿਉਰਿਟੀ ਐਕਟ, ਆਫਸਪਾ, ਇਹ ਸਾਰੇ ਘੱਟ ਗਿਣਤੀਆਂ ਦੇ ਉੱਤੇ ਲਾਗੂ ਕਰਦਾ ਹੈਗਾ। ਇਹ ਜਿਹੜੀ ਮਨੂ ਦੀ ਸੋਚ ਹੈ, ਜਿਹੜੀ ਕਹਿੰਦਾ ਹੈ ਕਿ ਸੰਸਕ੍ਰਿਤ ਲਾਗੂ ਕਰਨੀ ਹੈ, ਜਿਹੜੀ ਕਹਿੰਦੀ ਹੈ ਕਿ ਜਿਹੜੀਆਂ ਘੱਟ ਗਿਣਤੀਆਂ, ਮੈਨੂੰ ਦੱਸੋ ਇਹ ਕਾਨੂੰਨ ਕਦੀ ਮੁੱਖ ਧਾਰਾ ਤੇ ਲੱਗਦੇ ਆ? ਇਹ ਸਿਰਫ ਤੇ ਸਿਰਫ ਸਾਡੇ ਬੱਚਿਆਂ ਨੂੰ ਫੜਨ ਵਾਸਤੇ ਪ੍ਰੀਵੈਂਟਿਵ ਕਸਟਡੀ 'ਚ ਸਾਲ-ਸਾਲ ਗਾਲ ਕੇ ਇਹਨਾਂ ਨੇ ਸਿਰਫ ਤੇ ਸਿਰਫ ਘੱਟ ਗਿਣਤੀਆਂ ਤੇ ਲਾਇਆ। ਫੇਰ ਮੇਰੇ ਵੀਰੋ, ਉਹ ਮੇਰੇ ਖਾਲਸੇ ਭਰਾਵੋ ਭੈਣੋ, ਮੈਨੂੰ ਦੱਸੋ ਗੁਰੂ ਸਾਹਿਬਾਨਾਂ ਨੇ ਇਸ ਮੌਕੇ ਤੇ ਜਦ ਸਾਡੇ ਉੱਤੇ ਨਜਾਇਜ਼ ਹੁੰਦੀ ਸੀ ਫਿਰ ਸਾਨੂੰ ਕੀ ਕਿਹਾ ਸੀ? ਉੱਠ ਕੇ ਇਸ ਜ਼ੁਲਮ ਦੇ ਬਰਖਲਾਫ ਲੜੋ। ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲ ਬਣ ਕੇ ਜਿਉਣਾ ਹੈਗਾ ਤਾਂ ਅਸੀਂ ਇਹ ਗੁਲਾਮੀ ਕਦੀ ਨਹੀਂ ਸਹਿ ਸਕਦੇ ਹੈਗੇ। ਜਿਸ ਕਰਕੇ ਆਪਾਂ ਤਖਤ ਦਮਦਮਾ ਸਾਹਿਬ ਪਹੁੰਚ ਕੇ ਉੱਥੇ ਇਕੱਠੇ ਹੋ ਕੇ ਇਹ ਜਿਹੜਾ ਮੌਜੂਦਾ ਹਾਲਾਤ ਹੈ ਸਾਡੇ, ਉਹਦੇ ਬਰਖਲਾਫ ਅਸੀਂ ਬੋਲੀਏ। ਹੁਣ ਮੈਨੂੰ ਦੱਸੋ, ਇੱਥੇ ਜਦ ਹਿੰਦੁਸਤਾਨ ਕਹਿੰਦੇ ਆ ਤਾਂ ਕੋਈ ਨਹੀਂ ਕੁਛ ਕਹਿੰਦਾ ਹੈਗਾ। ਜੇ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਨਨੇ ਜਾਤ ਪਾਤ ਤੋਂ ਛੁਟਕਾਰਾ ਦਿਵਾਇਆ, ਜਿਹੜੀਆਂ ਹਕੂਮਤਾਂ ਸਾਨੂੰ ਮਨੁੱਖਤਾ ਅਧੀਨ ਜ਼ੁਲਮ ਕਰਦੀਆਂ ਸੀਗੀਆਂ, ਉਹਨਾਂ ਦੇ ਬਰਖਲਾਫ ਜੰਗਾਂ ਲੜ ਕੇ ਇੱਕ ਖਾਲਸਾ ਰਾਜ ਸਥਾਪਿਤ ਯਤਨ ਕੀਤਾ, ਜੋ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਉਰੇ ਲਾਗੂ ਕੀਤਾ ਸੀਗਾ। ਉਹ ਖਾਲਸਾ ਰਾਜ ਦੇ ਨਾਂ ਤੇ ਆਪਾਂ ਇਕੱਠੇ ਹੁੰਦੇ ਆਂ, ਉਹ ਖਾਲਿਸਤਾਨ ਤੇ ਆਪਾਂ ਇਕੱਠੇ ਹੁੰਦੇ ਹੈਗੇ ਆ, ਤਾਂ ਉਹ ਮਨੁੱਖਤਾ ਦੇ ਅਧੀਨ ਹੈ। ਸੋ ਮੈਂ ਤੁਹਾਨੂੰ ਬੇਨਤੀ ਕਰਦਾ ਹੈਗਾ ਕਿ ਆਪਾਂ ਨੇ ਇਕੱਠੇ ਹੋ ਕੇ ਵੱਡੇ ਇਕੱਠ 'ਚ ਇਸ ਦੇਸ਼ ਨੂੰ ਸਪਸ਼ਟ ਕਹਿ ਦੇਣਾ ਹੈਗਾ ਕਿ ਅਸੀਂ ਆਪਣੇ ਗੁਰੂਆਂ ਦੀ ਬਾਣੀ, ਉਹਨਾਂ ਦੇ ਸੋਚ ਤੋਂ ਵਾਂਝੇ ਨਹੀਂ। ਅਸੀਂ ਆਪਣੇ ਹੱਕ ਹਕੂਕ ਤੇ ਪਹਿਰਾ ਦੇਣਾ ਹੀ ਦੇਣਾ ਹੈ ਤੇ ਅਸੀਂ ਆਪਣਾ ਅਗਲਾ ਫੈਸਲਾ ਉੱਥੋਂ ਤੋਰੀਏ ਕਿ ਕਿਵੇਂ ਆਪਾਂ ਨੇ ਰਹਿਣਾ ਹੈਗਾ। ਇਸ ਤੋਂ ਬਾਅਦ ਜਲੰਧਰ ਦਾ ਇਲੈਕਸ਼ਨ ਆ ਰਿਹਾ, ਉਹਦੇ ਵਿੱਚ ਆਪਾਂ ਸਪਸ਼ਟ ਰੂਪ 'ਚ ਜਿਹੜਾ ਦੇਸ਼ ਸਾਨੂੰ ਕਹਿੰਦਾ ਹੈ ਕਿ ਤੁਸੀਂ ਹਿੰਦੂ ਹੋ, ਤੁਸੀਂ ਖਾਲਸੇ ਦੇ ਰੂਪ ਦੇ ਵਿੱਚ ਟੈਰਰਿਸਟ ਸਾਨੂੰ ਦਿਖਦੇ ਹੋ, ਤੁਸੀਂ ਖਾਲਿਸਤਾਨ ਨਹੀਂ ਬੋਲ ਸਕਦੇ। ਪਾਰਲੀਮੈਂਟ 'ਚ ਖਾਲਿਸਤਾਨ ਬੋਲਣ ਤੇ ਬੈਨ ਲਾਇਆ ਹੋਇਆ ਜਿਨ੍ਹਾਂ ਨੇ, ਉਹਨਾਂ ਨੂੰ ਸਪਸ਼ਟ ਕਰ ਦੱਸ ਦਈਏ ਕਿ ਅਸੀਂ ਤਾਂ ਖਾਲਸਾ ਗੁਰੂ ਗੋਬਿੰਦ ਸਿੰਘ ਦੇ ਨਾਲ ਪਿਆਰ ਰੱਖਦੇ ਆ, ਜਿਨ੍ਹਾਂ ਸਾਨੂੰ ਸਰਬੰਸ ਦਾਨ ਕਰਕੇ ਉੱਚ ਪਦ ਤੇ ਖੜਾਇਆ ਸੀ, ਜਿਨ੍ਹਾਂ ਨੇ ਸਾਡੇ ਸਿਰਾਂ ਦੇ ਉੱਤੇ ਆਪਣਾ ਮਨ ਚੜ੍ਹਦੀ ਕਲਾ 'ਚ ਰੱਖਿਆ ਸੀਗਾ। ਅਸੀਂ ਉਹਨਾਂ ਦੇ ਨਾਲ ਖੜੇ ਆਂ, ਨਾ ਕਿ ਤੁਹਾਡੇ ਨਜਾਇਜ਼ ਧਰਮ, ਤੁਹਾਡੇ ਮਨੂ ਧਰਮ, ਤੁਹਾਡੇ ਮਨੁੱਖਤਾ ਦੇ ਬਰਖਲਾਫ ਧਰਮ। ਅਸੀਂ ਮਨੁੱਖਤਾ ਦੇ ਪੱਖ 'ਚ ਆਪਣੇ ਖਾਲਿਸਤਾਨ ਦੇ ਅਧੀਨ ਖੜੇ ਹੈਗੇ ਆਂ। ਇਸ ਕਰਕੇ ਆਪਾਂ ਨੂੰ ਤਖਤ ਦਮਦਮਾ ਸਾਹਿਬ ਪਹੁੰਚਣਾ ਚਾਹੀਦਾ। ਸੋ ਅਖੀਰ 'ਚ ਮੈਂ ਬੇਨਤੀ ਕਰਦਾ ਕਿ ਜਿਹੜੀ ਸਥਾਨ ਹੈ ਉਹ ਗੁਰੂ ਗੋਬਿੰਦ ਸਿੰਘ ਖਾਲਸਾ ਦੀ ਸਥਾਨ ਤੇ ਆਪਾਂ ਨੇ ਇਕੱਠਾ ਹੋਣਾ ਹੈ। ਜਿਹੜਾ ਪਿੰਡ ਹੈ ਉਹ ਕਿਹੜਾ ਪਿੰਡ ਹੈ? ਉਹ ਪਿੰਡ ਗੁਰੂ ਗੋਬਿੰਦ ਸਿੰਘ ਦਾ ਜਿਹੜਾ ਦੱਸਿਆ ਹੋਇਆ ਚੜ੍ਹਦੀ ਕਲਾ ਪਿੰਡ ਦੇ ਵਿੱਚ ਆਪਾਂ ਇਕੱਠ ਕਰਨਾ ਹੈ। ਉਹ ਮੀਡੀਆ ਸੁਣ ਲਓ, ਸਾਰੇ ਸਿੱਖ ਚੜ੍ਹਦੀ ਕਲਾ ਪਿੰਡ 'ਚ ਇਕੱਠੇ ਹੋਣ ਲੱਗੇ ਆ। ਲੱਭ ਲਓ ਚੜ੍ਹਦੀ ਕਲਾ ਵਾਲਾ ਪਿੰਡ, ਕਿਉਂਕਿ ਅਸੀਂ ਉੱਥੇ ਹੀ ਇਕੱਠੇ ਹੋਣਾ ਹੈ। ਜਿਹਨੂੰ ਉੱਥੇ ਆ ਕੇ ਫੜਨਾ ਫੜ ਲਿਓ, ਪਰ ਹੋਵਾਂਗੇ ਅਸੀਂ ਆਪਣੇ ਗੁਰੂ ਦੇ ਘਰ ਤਖਤ ਦਮਦਮਾ ਸਾਹਿਬ ਖਾਲਸਾ ਸਥਾਨ ਪਿੰਡ ਚੜ੍ਹਦੀ ਕਲਾ ਦੇ ਵਿੱਚ। ਉੱਥੇ ਆ ਕੇ ਸਾਡੇ ਨਾਲ ਨਿਬੜ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। हर समस्या का हल करवाओ फोन ते 26 सालों तो पंजाब के नंबर 1 तांत्रिक बाबा खान बंगाली। वशीकरण मुठ करने दे सुपर स्पैशलिस्ट। समस्या चाहे कोई भी होवे, जिवें घर च कलेश, नौकरी कारोबार च समस्या, जादू टोना, किता कराया, पति पत्नी च कलेश, सौखण दुश्मन तो छुटकारा, विदेश यात्रा, कोर्ट कचहरी, लव मैरिज प्रॉब्लम, प्यार मुहब्बत चक्कर जां प्रेमी प्रेमिका नूं वश च करवाउणा होवे, 101% पक्का समाधान करवाओ। किसी भैन भरा दा किसी भी ज्योतिष तांत्रिक कोलों काम ना होया होवे तां जरूर फोन करो। बाबा खान बंगाली। मोबाइल नंबर 9878687786।